ਪ੍ਰਾਈਮ ਟਾਈਮਸ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ। ਅੱਜ ਅਸੀਂ ਗੱਲ ਇੱਕ ਅਜਿਹੇ ਮੁੱਦੇ ਦੀ ਕਰਾਂਗੇ ਜੋ ਕਿ ਪਿਛਲੇ 3 ਦਹਾਕਿਆਂ ਤੋਂ ਸੁਲਝ ਤਾਂ ਨਹੀਂ ਸਕਿਆ, ਪਰ ਇਸ ਤੇ ਸਿਆਸਤ ਰੱਜ ਕੇ ਹੋਈ ਹੈ। ਅੱਜ ਅਸੀਂ ਗੱਲ 1984 ਦੇ ਦਿੱਲੀ ਦੇ ਉਹਨਾਂ ਪੀੜਤਾਂ ਦੀ ਕਰ ਰਹੇ ਹਾਂ ਜਿਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਤੇ ਜੇ ਗੱਲ ਸਿਆਸਤ ਦੀ ਕਰੀਏ ਤਾਂ ਇਸ ਦੀ ਦਿਸ਼ਾ ਹੁਣ ਕੁਝ ਬਦਲਦੀ ਨਜ਼ਰ ਆਉਂਦੀ ਹੈ। ਕਦੇ ਇਸ ਮੁੱਦੇ ਤੇ ਹਮੇਸ਼ਾ ਨਿਸ਼ਾਨੇ ਤੇ ਰਹਿਣ ਵਾਲੀ ਕਾਂਗਰਸ ਦੀ ਥਾਂ ਤੇ ਹੁਣ ਦਿੱਲੀ ਵਿੱਚ ਸਰਕਾਰ ਚਲਾ ਰਹੀ ਅਤੇ ਪੰਜਾਬ ਦੇ ਵਿੱਚ ਪੱਕੇ ਪੈਰੀ ਖੜੇ ਹੋਣ ਦੀ ਕੋਸ਼ਿਸ਼ ਕਰ ਰਹੀ ਆਮ ਆਦਮੀ ਪਾਰਟੀ ਵੀ ਇਸ ਦੇ ਘੇਰੇ 'ਚ ਆ ਗਈ ਹੈ। ਕਦੇ ਇੱਕ ਤਸਵੀਰ ਨੂੰ ਲੈ ਕੇ, ਕਦੇ ਗੁੰਮ ਹੋਈਆਂ ਫਾਈਲਾਂ ਨੂੰ ਲੈ ਕੇ, ਤਾਂ ਕਦੇ ਪੀੜਤਾਂ ਨਾਲ ਕੀਤੇ ਵਾਅਦਿਆਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਨੂੰ ਘੇਰਿਆ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਦਿੱਲੀ ਦੇ ਪੀੜਤਾਂ ਦੀ ਇਸ ਸਿਆਸਤ ਦੇ ਘੇਰੇ ਵਿੱਚ ਆਪ ਮੁਹਾਰੇ ਹੀ ਆ ਗਈ ਹੈ ਜਾਂ ਫਿਰ ਪੰਜਾਬ ਦੀ ਸਿਆਸਤ ਲਈ ਇਹ ਵੀ ਇੱਕ ਸਿਆਸੀ ਜ਼ਰੂਰਤ ਹੈ? ਇਸ ਤੇ ਅਸੀਂ ਚਰਚਾ ਕਰਾਂਗੇ। ਪਹਿਲਾਂ ਤੁਹਾਨੂੰ ਅੱਜ ਦੀਆਂ ਇੱਕ ਤਸਵੀਰਾਂ ਦਿਖਾਉਂਦੇ ਹਾਂ। ਅੱਜ ਦੰਗਾ ਪੀੜਤਾਂ ਨੂੰ ਲੈ ਕੇ ਕੇਜਰੀਵਾਲ ਦੇ ਖਿਲਾਫ ਇਨਸਾਫ ਮਾਰਚ ਕੀਤਾ ਗਿਆ। ਬੰਗਲਾ ਸਾਹਿਬ ਗੁਰਦੁਆਰੇ ਤੋਂ ਲੈ ਕੇ ਜੰਤਰ ਮੰਤਰ ਤੱਕ ਇਹ ਮਾਰਚ ਕੱਢਿਆ ਗਿਆ, ਜਿਸ ਦੌਰਾਨ ਕੇਜਰੀਵਾਲ ਉੱਤੇ ਦੰਗਿਆਂ ਤੇ ਮੁਲਜ਼ਮ ਜਗਦੀਸ਼ ਟਾਈਟਲਰ ਦੇ ਪੁਤਲੇ ਫੂਕੇ ਗਏ। ਡੀਐਸਜੀਐਮਸੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕੇਜਰੀਵਾਲ ਸਰਕਾਰ ਤੇ ਕਈ ਸਾਰੇ ਇਲਜ਼ਾਮ ਇਸ ਮੌਕੇ ਲਗਾਏ ਨੇ। केजरीवाल ਨੂੰ ਸਵਾਲ ਪੁੱਛਣ ਆਏ ਆ ਕਿ ਕੇਜਰੀਵਾਲ ਜੀ ਦੱਸੋ ਇਹ ਫੋਟੋ ਦੇ ਪਿੱਛੇ ਰਾਜ਼ ਕੀ ਹੈ, ਇਹ ਫਾਈਲਾਂ ਕਿੱਦਾਂ ਗੁੰਮ ਹੋ ਜਾਂਦੀਆਂ ਨੇ, 5 ਲੱਖ ਸਰਕਾਰ ਦਾ ਵੰਡ ਕੇ ਆਪਣਾ ਨਾਮ ਤੁਸੀਂ ਕਿਉਂ ਕਰ ਲੈਂਦੇ ਹੋ? ਸਾਨੂੰ ਜਵਾਬ ਦਿਓ ਕਿ ਤੁਸੀਂ 84 ਦੀ ਵਿਡੋਜ਼ ਦੇ ਕੋਲ ਜਾ ਕੇ ਉਹਨਾਂ ਦੀ ਕਲੋਨੀ 'ਚ ਕਿਹਾ ਸੀ ਜਦੋਂ 49 ਦਿਨ ਦੀ ਸਰਕਾਰ ਸੀ ਕਿ ਦੱਸਿਆ ਜਾ ਮੈਂ ਤੁਹਾਡੇ ਵਾਸਤੇ ਨਵੀਂ ਕਲੋਨੀ ਵਸਾ ਦਿਆਂਗਾ, ਮੈਂ ਨੌਕਰੀਆਂ ਦਿਆਂਗਾ, ਮੈਂ ਕੰਪਨਸੇਸ਼ਨ ਦਿਆਂਗਾ, ਇਹ ਤੁਹਾਡੇ ਪੁਰਾਣੇ ਮਕਾਨ ਢਾਹ ਕੇ ਇੱਥੇ ਮਲਟੀ ਸਟੋਰੀ ਬਿਲਡਿੰਗ ਬਣਾ ਕੇ ਹਵਾਲੇ ਕਰਾਂਗਾ। ਮੈਂ ਪੁੱਛਣਾ ਚਾਹੁੰਦਾ, ਵੋਟਾਂ ਤਾਂ ਲੈ ਲਈਆਂ, ਤੁਸੀਂ ਸਿੱਖਾਂ ਨੂੰ ਭਰਮਾ ਵੀ ਲਿਆ, ਲੇਕਿਨ ਕੀਤਾ ਕੀ? ਉਹਦਾ ਜਵਾਬ ਦਿਓ, ਜਗਦੀਸ਼ ਟਾਈਟਲਰ ਦਾ ਜਵਾਬ ਦਿਓ। ਤਾਂ ਕਈ ਸਾਰੇ ਮੁੱਦਿਆਂ ਦੇ ਉੱਪਰ ਹੁਣ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਇਸ ਤੇ ਹੁਣ ਆਮ ਆਦਮੀ ਪਾਰਟੀ ਇਸ ਦੇ ਵਿੱਚ ਕਿਸ ਤਰ੍ਹਾਂ ਨਾਲ ਆ ਗਈ ਹੈ ਤੇ ਕਿਉਂ ਆਈ ਹੈ, ਇਸ ਦੇ ਉੱਪਰ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਖਾਸ ਮਹਿਮਾਨ ਜੁੜ ਰਹੇ ਨੇ। ਸਾਡੇ ਨਾਲ ਨੇ ਵਿਰਸਾ ਸਿੰਘ ਵਲਟੋਆ ਜੀ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੁੱਖ ਪਾਰਲੀਮਾਨੀ ਸਕੱਤਰ ਨੇ, ਅਸੀਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਇੱਥੇ ਨੋਇਡਾ ਸਟੂਡੀਓ ਵਿੱਚ ਸਾਡੇ ਨਾਲ ਰਾਜਕੁਮਾਰ ਵੇਰਕਾ ਜੀ ਨੇ, ਕਾਂਗਰਸ ਦੇ ਨੇਤਾ ਨੇ, ਅਸੀਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਚੰਡੀਗੜ੍ਹ ਦੇ ਵਿੱਚ ਸਾਡੇ ਨਾਲ ਖੁਸ਼ਵੰਤ ਰਾਏ ਗੀਗਾ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਨੇ ਤੇ ਆਰ ਭਾਰਦਵਾਜ ਜੀ ਆਮ ਆਦਮੀ ਪਾਰਟੀ ਵੱਲੋਂ ਨੇ। ਸਾਰੇ ਮਹਿਮਾਨਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਆਰ ਭਾਰਦਵਾਜ ਜੀ ਤੁਹਾਡੇ ਕੋਲ ਆਉਣਾ ਚਾਹੂੰਗਾ। ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਦਿੱਲੀ ਦੇ ਵਿੱਚ 84 ਦੰਗਿਆਂ ਨੂੰ ਲੈ ਕੇ ਹੁਣ ਘਿਰਦੀ ਜਾ ਰਹੀ ਹੈ, ਸਿਆਸਤ ਦੇ ਘੇਰੇ ਵਿੱਚ ਪੂਰੀ ਤਰ੍ਹਾਂ ਆ ਗਈ, ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਇਸ ਨੂੰ? ਜੀ ਬਿਲਕੁਲ ਬਲਿੰਦਰ ਜੀ, ਗੱਲ ਇਹ ਹੈ ਘੇਰੇ ਚ ਆਉਣ ਵਾਲੀ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ। ਇਹ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਤਨੀ ਮਜ਼ਬੂਤੀ ਨਾਲ ਜਿਹੜੀ ਆਈ ਹੈ, ਇਹ ਦੋਨੋਂ ਪਾਰਟੀਆਂ ਬੜੀ ਘਬਰਾਈ ਹੋਈ ਹੈ ਔਰ ਇਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ। ਇਸ ਕਰਕੇ ਇਹ ਬੇਕਾਰ ਦੇ ਇਲਜ਼ਾਮ ਸਾਡੇ ਮੁੱਖ ਮੰਤਰੀ ਦਿੱਲੀ ਵਾਲੇ ਦੇ ਔਰ ਦਿੱਲੀ ਸਰਕਾਰ ਤੇ ਔਰ ਆਮ ਆਦਮੀ ਪਾਰਟੀ ਤੇ ਲਾਈ ਜਾਂਦੇ ਆ। ਮੈਂ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਸੀਬੀਆਈ ਨੇ ਕਾਂਗਰਸ ਦੇ ਰਾਜ ਵਿੱਚ ਔਰ ਅਕਾਲੀ ਭਾਜਪਾ ਦੀ ਸਰਕਾਰ ਜਿਹੜੀ ਸੈਂਟਰ ਵਿੱਚ ਹੈ, ਜਿੱਥੇ ਕਿ ਮੈਡਮ ਹਰਸਿਮਰਤ ਕੌਰ कैबिनेट मंत्री बैठे हैं और होर भी है इन्हां दे, उन्होंने 2-3 बारी क्लीन चिट दी है। 2014 विच फिर क्लीन चिट टाइटलर नूं इन्होंने दी और कोर्ट ने उसनूं रिजेक्ट कर दिता कि नहीं, ये क्लीन चिट नहीं दे सकती। साडे केजरीवाल साहब ने दिसंबर में चिट्ठी लिखी और हुण फिर चिट्ठी लिखी है प्रधानमंत्री जी नूं, मानयोग प्रधानमंत्री जी नूं कि ये सारा काम बहुत गलत होया है। ਤਾਂ ਭਾਰਦਵਾਜ ਇਹ ਕਿਹਾ ਜਾ ਰਿਹਾ ਹੈ, ਭਾਰਦਵਾਜ ਜੀ ਹੁਣ ਤਾਂ ਇਹ ਕਿਹਾ ਜਾ ਰਿਹਾ ਕਿ ਤਸਵੀਰ ਜਿਹੜੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਇਹ ਚਿੱਠੀ ਲਿਖਣੀ ਪਈ ਹੈ। ਉਸ ਤੋਂ ਪਹਿਲਾਂ ਵੀ केजरीवाल साहब ने 2014 के अंदर भी और उसके बाद भी लिखा सी। और साडे फुलका साहब ने, मैं कहना चाहता, फुलका साहब ने मानहानि का केस किया सी टाइटलर के खिलाफ, इस करके कि उन्होंने इल्जाम लाए सी और बुनियादी लाए सी। आम आदमी पार्टी के लीडर लगातार टाइटलर वर्गे गुनाहगारे के खिलाफ लड़ते रहे हैं। और मैं एक चीज होर पूछना चाहता, जदों टाइटलर मिनिस्टर सी, सेंटर दे विच मिनिस्टर सी 2005 तक, अकाली मिनिस्टर भी
ਔਰ ਕਾਂਗਰਸ ਦੇ ਮਿਨਿਸਟਰ ਵੀ ਉਹਦੇ ਕੋਲ ਜਾਂਦੇ ਸੀ, ਉੱਥੇ ਬੈਠਦੇ ਸੀ। ਉਹਨਾਂ ਫੋਟੋਆਂ ਦਾ ਕੌਣ ਜਵਾਬ ਦੇਵੇਗਾ? ਮੈਨੂੰ ਇਹ ਦੱਸੋ, ਉਹਦਾ ਬਾਈਕਾਟ ਕਿਉਂ ਨਹੀਂ ਉਸ ਵੇਲੇ ਇਹਨਾਂ ਨੇ ਕੀਤਾ? ਉਸ ਦੇ ਕੋਲ ਗ੍ਰਾਂਟ ਲੈਣ ਲਈ ਵੀ ਜਾਂਦੇ ਸੀ, ਉਹਦੇ ਕੋਲ ਮਿਲਣ ਵੀ ਜਾਂਦੇ ਸੀ, ਉਹਦੇ ਨਾਲ ਮੀਟਿੰਗਾਂ ਵੀ ਇਹ ਉੱਥੇ ਬੈਠ ਕੇ ਕਰਦੇ ਸੀ। ਚਲੋ ਮੈਂ ਪਹਿਲਾਂ ਜਵਾਬ ਲੈਣਾ ਚਾਹੁੰਦਾ, ਮੈਂ ਵਿਰਸਾ ਸਿੰਘ ਵਲਟੋਆ ਜੀ ਤੁਹਾਡੇ ਕੋਲ ਜਵਾਬ ਲੈਣਾ ਚਾਹੂੰਗਾ ਜਿਹੜੇ ਸਵਾਲ ਆਮ ਆਦਮੀ ਪਾਰਟੀ ਵੱਲੋਂ ਚੁੱਕੇ ਗਏ ਹੈ। ਪਹਿਲੀ ਤੇ ਗੱਲ ਹੈ, ਇਹਨਾਂ ਨੂੰ ਹੁਣ ਕੋਈ ਅਧਿਕਾਰ ਹੀ ਨਹੀਂ ਰਹਿ ਗਿਆ ਇਹ ਇਸ ਸੱਚ ਨੂੰ ਸਵੀਕਾਰ ਕਰਨ ਕਿ ਇਹਨਾਂ ਨੇ ਜਿਹੜੀ ਦਿੱਲੀ 'ਚ ਵਿਰਾਸਤ ਹਾਸਲ ਕੀਤੀ ਕੇਵਲ ਤੇ ਕੇਵਲ ਝੂਠ ਬੋਲ ਕੇ ਕੀਤੀ ਹੈ। ਔਰ ਕਿਉਂਕਿ ਇਹ ਜਨਵਰੀ 2015 ਦੇ ਵਿੱਚ ਦਿੱਲੀ 'ਚ ਆ ਗਏ ਤੇ ਪੰਜਾਬ ਦੇ ਵਿੱਚ ਚੋਣਾਂ ਲਗਭਗ 2 ਸਾਲ ਲੇਟ ਸੀਗੀਆਂ ਤੇ ਇਹਨਾਂ ਦਾ ਸੱਚ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਵੀ ਇਹ ਕਹਿੰਦੇ ਕੀ ਹੈ ਤੇ ਕਰਦੇ ਕੀ ਹੈ। ਔਰ ਇਹਨਾਂ ਨੇ ਜਗਦੀਸ਼ ਟਾਈਟਲਰ ਜੀ ਦੇ ਨਾਲ ਜਿਹੜੀ ਇਹਨਾਂ ਦੀ ਸਾਂਝ ਹੈ ਇਹ ਹੁਣ ਜਗਜਾਰ ਹੋ ਗਈ। ਜਗਜਾਰ ਹੋਈ ਕਿਉਂ ਹੈ? ਇਹ ਕਿੰਤੂ ਪਰੰਤੂ ਏਡੇ ਜ਼ੋਰ 'ਚ ਏਡੇ ਉਭਾਰ 'ਚ ਕਿਉਂ ਉਭਰੇ ਨੇ? ਇਸ ਕਰਕੇ ਉਭਰੇ ਨੇ ਕਿ ਜਦੋਂ 2014 ਦੇ ਵਿੱਚ ਕੇਜਰੀਵਾਲ ਜੀ ਦੀ ਸਰਕਾਰ ਬਣੀ ਸੀ 49 ਦਿਨ ਦੀ, ਦਿੱਲੀ ਦੀ ਵਿਧਾਨ ਸਭਾ 'ਚ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ 30 ਸਾਲ ਤੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਅਸੀਂ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਦਿੱਲੀ ਸਰਕਾਰ ਜਿਹੜੀ SIT ਬਣਾਏਗੀ। ਔਰ ਸਰਕਾਰ ਛੱਡਤੀ। ਸਰਕਾਰ ਤੋਂ ਬਾਅਦ ਜਦੋਂ ਇਹ 2015 ਚ ਫਿਰ ਰਿਪੀਟ ਕਰਦੇ ਨੇ ਤੇ ਸਭ ਤੋਂ ਪਹਿਲਾਂ ਜਿਹੜਾ ਦਿੱਲੀ ਦੀ ਵਿਧਾਨ ਸਭਾ ਚ ਇਹਨਾਂ ਭਾਸ਼ਣ ਦਿੱਤਾ ਜਿੱਥੇ ਇਹਨਾਂ ਨੇ ਆਪਦੀਆਂ 49 ਦਿਨਾਂ ਦੀਆਂ ਪ੍ਰਾਪਤੀਆਂ ਗਿਣਾਈਆਂ, ਉਹਨਾਂ ਚ ਇੱਕ ਪ੍ਰਾਪਤੀ ਇਹਨਾਂ ਗਿਣਾਈ, ਕੇਜਰੀਵਾਲ ਸਾਹਿਬ ਨੇ ਹਿੱਕ ਤੇ ਹੱਥ ਮਾਰ ਕੇ ਵੀਡੀਓ ਦੇਖ ਲਓ ਕਿਤੇ ਕਿ ਸਾਡੀ 49 ਦਿਨਾਂ ਦੀ ਇੱਕ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਅਸੀਂ ਸਿੱਖਾਂ ਨੂੰ ਇਨਸਾਫ ਦਿਵਾਉਣ ਵਾਸਤੇ SIT ਬਣਾਈ। ਤੇ ਆ ਮਹੀਨਾ ਪਹਿਲੋਂ ਮਾਘੀ ਮੇਲੇ ਤੇ ਆਏ, ਉੱਥੇ ਵੀ ਇਹਨਾਂ ਕਿਹਾ ਕਿ ਜੇ ਕਿਸੇ ਨੇ SIT ਬਣਾਈ ਹੈ ਸਿੱਖਾਂ ਨੂੰ ਇਨਸਾਫ ਦਿਵਾਉਣ ਵਾਸਤੇ, ਭਾਰਦਵਾਜ ਜੀ ਕੀ ਕਹਿਣਾ ਚਾਹੋਗੇ ਇਸ ਤੇ? ਸਰਕਾਰ ਨੇ ਬਣਾਈ। ਅਗਲੇ ਕਿ ਦੂਜੇ ਕਿ ਤੀਜੇ ਦਿਨ ਹੀ ਗੱਲ ਬਾਹਰ ਆ ਗਈ ਕਿ 10 ਮਹੀਨੇ ਹੋ ਗਏ ਫਾਈਲ ਗਵਾਚੀ ਨੂੰ ਤੇ ਫਾਈਲ ਦੇ ਵਿੱਚ ਲਿਖਿਆ ਵੀ ਕੱਖ ਨਹੀਂ, ਹੈਗਾ ਵੀ ਕੱਖ ਨਹੀਂ ਤੇ ਕੇਵਲ ਗੱਲਾਂ ਕਰਨ ਵਾਲੇ ਆ। ਇਹਨਾਂ ਨੇ ਟਾਈਟਲਰ ਨੂੰ ਬਚਾਇਆ, ਟਾਈਟਲਰ ਨਾਲ ਇਹਨਾਂ ਦੀ ਸਾਂਝਾਂ ਨੇ, ਇਸੇ ਕਰਕੇ ਨਾ ਇਹਨਾਂ ਕੁਝ ਕੀਤਾ ਤੇ ਨਾ ਇਹਨਾਂ ਕਰਨਾ। ਔਰ ਇਹਨਾਂ ਨੇ ਇੱਕ ਗੱਲ ਤੇ ਨਹੀਂ, ਸਿੱਖਾਂ ਨਾਲ ਕਈ ਥਾਵਾਂ ਤੇ ਧੋਖਾ ਕੀਤਾ। ਆ 5 ਲੱਖ ਦੀ ਗ੍ਰਾਂਟ ਤੇ ਸੈਂਟਰ ਨੇ ਦਿੱਤੀ ਹੈ, ਮੋਦੀ ਸਾਹਿਬ ਦੀ ਸਰਕਾਰ ਨੇ ਦਿੱਤੀ ਹੈ ਤੇ ਵੱਡੇ ਪੇਜ ਲਵਾ ਕੇ ਆ ਜਿਹੜਾ 526 ਕਰੋੜ ਮਿਲਿਆ ਵਾਹੀ ਜਿਹੜੀ ਹੈ ਝੂਠੀ ਖੱਟਣ ਵਾਸਤੇ ਕੇਜਰੀਵਾਲ ਸਾਹਿਬ ਕਰੀ ਜਾਂਦੇ ਡਰਾਮੇ। ਇਤਨੇ ਡਰਾਮੇ ਚੱਲਣਗੇ। ਹੁਣ ਜਵਾਬ ਦੇਣਾ ਪਊ ਬਲਵਿੰਦਰ ਜੀ, ਸਾਹਿਬ ਆਮ ਆਦਮੀ ਪਾਰਟੀ ਨੂੰ। ਹੁਣ ਬਲਵਿੰਦਰ ਜੀ ਭਾਰਦਵਾਜ ਜੀ ਜਵਾਬ ਤੁਹਾਡਾ ਵੀ ਚਾਹੁੰਦੇ ਆ। ਇਹ ਜਿਹੜਾ ਤੁਹਾਡਾ ਡਿਸਕਸ਼ਨ ਹੁੰਦਾ ਹੈ ਨਾ, ਇਹ ਡਿਸਕਸ਼ਨ ਵਿੱਚ ਤੁਸੀਂ ਸਿਰਫ ਬਲਟੋਆ ਜੀ ਨੂੰ ਹੀ ਬੋਲਣ ਦਿਆ ਕਰੋ, ਹੋਰ ਕਿਸੇ ਨੂੰ ਬੋਲਣ ਨਾ ਦਿਆ ਕਰੋ। ਭਾਰਦਵਾਜ ਸਭ ਤੋਂ ਪਹਿਲਾਂ ਜਵਾਬ ਤੁਹਾਡੇ ਤੋਂ ਹੀ ਲਿਆ ਸੀ, ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਸਵਾਲ ਪੁੱਛਿਆ ਸੀ। ਮੈਂ ਬੇਨਤੀ ਇਹ ਕਰਦਾ ਕਿ ਜਦੋਂ 2005 ਤੱਕ 2005 ਦੇ ਵਿੱਚ ਜਦੋਂ ਇਲੈਕਸ਼ਨ ਹੋਏ, ਕਾਂਗਰਸ ਨੇ ਟਾਈਟਲਰ ਨੂੰ MP ਦਾ ਟਿਕਟ ਦਿੱਤਾ। ਉਸ ਦੇ ਬਾਅਦ ਉਸ ਤੋਂ ਪਹਿਲਾਂ ਜਦੋਂ ਇਹ ਮੰਤਰੀ ਸੀ ਭਾਰਦਵਾਜ ਜੀ ਉਸ ਵੇਲੇ ਇਹਨਾਂ ਨੂੰ ਪੁੱਛੋ ਕਿ ਬਾਦਲ ਸਾਹਿਬ ਔਰ ਅਕਾਲੀ ਮੰਤਰੀ ਉਹਦੇ ਕੋਲ ਜਾਂਦੇ ਰਹੇ ਜਾਂ ਨਹੀਂ ਜਾਂਦੇ ਰਹੇ, ਉੱਥੇ ਉਹਨਾਂ ਦੇ ਫੋਟੋ ਖਿੱਚੇ ਜਾਂ ਨਹੀਂ ਫੋਟੋ ਖਿੱਚੇ। ਇਹ ਤਸਵੀਰ ਨੂੰ ਲੈ ਕੇ ਬੜੀ ਗੱਲਾਂ ਹੋ ਰਹੀਆਂ, ਪਰ ਜਿਹੜੇ ਕਾਂਗਰਸ ਦੇ ਉੱਪਰ ਇਹ ਸਭ ਤੋਂ ਪਹਿਲਾਂ ਸਵਾਲ ਚੁੱਕੇ ਜਾਂਦੇ ਹੁੰਦੇ ਸੀ। ਵੇਰਕਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਕਾਂਗਰਸ ਨੂੰ ਲਗਾਤਾਰ ਘੇਰਿਆ ਜਾਂਦਾ ਸੀ, ਹੁਣ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਲਗਾਤਾਰ ਘੇਰ ਰਹੀ ਹੈ। ਅਕਾਲੀ ਦਲ ਦੀ ਸਰਕਾਰ ਹੀ ਨਹੀਂ ਸੀ, ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਸੀ ਕੇਂਦਰ 'ਚ, ਜਦੋਂ ਪੰਜਾਬ ਦੇ ਅੰਦਰ 96 ਤੋਂ ਲੈ 2000 ਕਿਹੜੇ ਸਾਲ ਦੀ ਗੱਲ ਕਰ ਰਹੇ? 2002 के बाद 2005 के बाद 2005 ਤੋਂ ਲੈ ਕੇ 2003 और 2002 ਤੋਂ ਲੈ ਕੇ 2007 ਤੱਕ मनमोहन की सरकार 2004 में मनमोहन की सरकार सी। हाँ, पंजाब च कांग्रेस की सरकार सी, ਅਸੀਂ ਕਿੱਥੇ ਸੀਗੇ? उस वेले ना अकाली सी ना बीजेपी। उस वेले सरदार प्रकाश सिंह बादल दे बयान आए कि ਅਸੀਂ ਪੰਜਾਬ ਦੇ ਹਿੱਤ ਵਿੱਚ ਜਾ ਕੇ ਟਾਈਟਲਰ ਸਾਹਿਬ ਨੂੰ ਮਿਲੇ हैं। ਉਹ ਅਖਬਾਰਾਂ ਵਿੱਚ ਬਿਆਨ ਆਏ ਹੋਏ। ਇਹ ਕਿਵੇਂ ਹੋ ਸਕਦਾ? ਟਾਈਟਲਰ ਨੂੰ ਕਿਵੇਂ ਮਿਲ ਸਕਦੇ ਆ ਜਦੋਂ ਮੁੱਖ ਮੰਤਰੀ? ਇਹ ਤਾਂ ਤੁਸੀਂ ਬਾਦਲ ਸਾਹਿਬ ਨੂੰ ਪੁੱਛੋ। ਵੇਰਕਾ ਜੀ ਮੈਂ ਤੁਹਾਡਾ ਵੀ ਇਸ ਤੇ ਪ੍ਰਤੀਕਰਮ ਚਾਹੂੰਗਾ। ਟਾਈਟਲਰ ਕਾਂਗਰਸ ਨੇਤਾ ਨੇ ਉਹਨਾਂ ਦੇ ਉੱਪਰ ਲਗਾਤਾਰ ਜਿਹੜੀਆਂ ਗੱਲਾਂ ਹੁੰਦੀਆਂ ਨੇ, ਅਦਾਲਤ ਵਿੱਚ ਕੇਸ ਚੱਲ ਰਿਹਾ, ਉਹ ਪਤਾ ਨਹੀਂ ਕਦੋਂ ਇਨਸਾਫ ਆਏਗਾ ਨਹੀਂ ਆਏਗਾ, ਉਹਦਾ ਕੁਝ ਨਹੀਂ ਪਤਾ। ਤੁਹਾਡਾ ਵੀ ਪ੍ਰਤੀਕਰਮ ਇਸ ਤੇ ਚਾਹਾਂਗੇ ਵੇਰਕਾ ਜੀ। 84 ਦੇ ਦੰਗੇ ਲਈ ਲੁਧਿਆਣਾ ਦੇ ਅੰਦਰ ਮਕਾਨ ਬਣੇ ਸੀ ਕਿ ਉਹਨਾਂ ਨੂੰ ਪੂਰਾ ਇਨਸਾਫ ਭਾਜਪਾ ਸਰਕਾਰ ਦਿਵਾ ਸਕੀ। ਅੱਜ ਤੱਕ ਨੂੰ ਅਕਾਲੀ ਦਲ ਨੇ ਟਿਕਟ ਨਹੀਂ ਲੈਣ ਦਿੱਤੀ, ਦਿੱਲੀ ਦੇ ਸਿੱਖਾਂ ਨੇ ਵਿਰੋਧ ਕੀਤਾ ਡਟ ਕੇ।
ਔਰ ਜਦੋਂ ਵੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਪੰਜਾਬ ਚ ਰਾਜ ਰਿਹਾ ਹੈ, ਕਿਸੇ ਵੀ ਟਾਈਮ ਟਾਈਟਲਰ ਮੰਤਰੀ ਸੀ ਤੇ ਨਾ ਕੋਈ ਅਕਾਲੀ ਮੰਤਰੀ ਤੇ ਨਾ ਕੋਈ ਅਕਾਲੀ ਆਗੂ ਕਦੀ ਟਾਈਟਲਰ ਨੂੰ ਨਹੀਂ ਮਿਲਿਆ। ਭਾਰਦਵਾਜ ਸਾਹਿਬ ਤੁਹਾਡਾ ਝੂਠ ਇਹੀ ਤੁਹਾਨੂੰ ਲੈ ਕੇ ਬਹਿ ਜਾਣਾ ਜੀ, ਤੁਹਾਡੇ ਮੇਰਾ ਝੂਠ। ਹਰਸਿਮਰਤ ਕੌਰ ਨੇ ਕਿਉਂ ਨਹੀਂ ਅਸਤੀਫਾ ਦਿੱਤਾ ਜਦੋਂ ਕਿ ਸੀਬੀਆਈ ਨੇ ਕਲੀਨ ਚਿੱਟ ਦਿੱਤੀ ਹੈ? ਕਿਉਂ ਨਹੀਂ ਦਿੱਤਾ ਉਹਨੇ ਅਸਤੀਫਾ ਦੇਣਾ ਚਾਹੀਦਾ ਸੀ ਇਸ ਬੇਇਨਸਾਫੀ ਦੇ ਖਿਲਾਫ। ਇਹ ਅਸਤੀਫਾ ਨਾ ਦੇ ਕੇ ਉੱਥੇ ਕੁਰਸੀ ਇਸ ਚੀਜ਼ ਦਾ ਸਬੂਤ ਹੈ ਕਿ ਤੁਹਾਨੂੰ ਕੁਰਸੀ ਜ਼ਿਆਦਾ ਪਿਆਰੀ ਹੈ, ਤੁਹਾਨੂੰ ਸਿਆਸੀ ਦੰਗੇ ਦੇ ਨਾਲ ਜਿਸਨੇ ਬੇਇਨਸਾਫੀ ਕੀਤੀ, ਜਿਹਨੂੰ ਕਲੀਨ ਚਿੱਟ ਦਿੱਤੀ, ਉਸ ਬਾਰੇ ਤੁਸੀਂ ਆਵਾਜ਼ ਉਠਾਉਣ ਦੇ ਕਾਬਿਲ ਨਹੀਂ ਹੋ। ਨਹੀਂ ਤੁਸੀਂ ਕਿਉਂ ਨਹੀਂ ਅਸਤੀਫਾ ਦਿੱਤਾ? ਫਾਈਲ ਗਾਇਬ ਹੋ ਗਈ, ਫਾਈਲ ਕਿੱਥੇ ਗਈ? ਪੰਜਾਬ ਦੀ ਆਮ ਆਦਮੀ ਪਾਰਟੀ ਅਸਤੀਫਾ ਐਸਆਈਟੀ ਕਿੱਥੇ ਗਏ? ਫੁਲਕਾ ਜੀ ਕੋਈ ਫਾਈਲ ਗਾਇਬ, ਛੋਟੇਪੁਰ ਜੀ ਕੋਈ ਫਾਈਲ ਗਾਇਬ ਨਹੀਂ ਗਏ, ਸਾਰੇ ਕੋਈ ਫਾਈਲ ਗਾਇਬ ਨਹੀਂ ਹੋਈ, ਟਾਈਟਲਰ ਦੇ ਨਾਲ ਕੋਈ ਫਾਈਲ ਗਾਇਬ ਨਹੀਂ ਹੋਈ, ਕਿਸੇ ਤਰ੍ਹਾਂ ਦੀ ਫਾਈਲ ਗਾਇਬ ਨਹੀਂ ਹੋਈ। और जिस तरह दी इन्होंने की है क्लीन चिट दिलवाई है, उत्थे मंत्री बन के इन्होंने बैठे। मैं भारद्वाज ਤੁਹਾਨੂੰ ਰੋਕਣਾ ਚਾਹੂੰਗਾ ਇੱਕ ਮਿੰਟ। ਭਾਰद्वाज ਜੀ, ਵੇਰਕਾ ਜੀ, ਮੈਂ ਤੁਹਾਡੇ ਤੋਂ ਇਸ ਤੇ ਜਵਾਬ ਲੈਣਾ ਚਾਹੂੰਗਾ। ਲਗਾਤਾਰ ਜਿਹੜੀ ਸਿਆਸਤ ਇਸ ਦੇ ਉੱਪਰ ਲਗਾਤਾਰ ਹੋ ਰਹੀ ਹੈ, ਇਨਸਾਫ ਅਜੇ ਤੱਕ ਮਿਲਿਆ ਨਹੀਂ ਹੈ, ਇਸ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ? ਸਭ ਨੂੰ ਦੇਖੋ, ਗੱਲ ਇਹ ਹੈ ਕਿ ਇਹਦੇ ਦੋ ਗੱਲਾਂ ਹੈ। ਪਹਿਲੀ ਗੱਲ ਤੇ ਹੈ ਕਿ ਅਸੀਂ ਪੰਜਾਬ ਦੇ ਲੋਕ ਹਾਂ, ਪੰਜਾਬ ਦੇ ਲੋਕ ਹਾਂ। ਸਾਡੇ ਦੇ ਮਨ ਦੇ ਅੰਦਰ ਚਾਹੇ ਕੋਈ ਵੀ ਪੰਜਾਬੀ ਹੋਵੇ, ਕਦੀ ਵੀ ਦਿੱਲੀ ਦੇ ਦੰਗਿਆਂ ਨੂੰ ਠੀਕ ਨਹੀਂ ਠਹਿਰਾ ਸਕਦਾ। ਸਾਡੇ ਮਨ ਦੇ ਅੰਦਰ ਜ਼ਖਮ ਆ ਉਸ ਗੱਲ ਨੂੰ ਲੈ ਕੇ, ਇਹ ਗੱਲ ਸੱਚਾਈ ਹੈ। ਦੂਸਰੀ ਗੱਲ ਇਹ ਹੈ ਕਿ ਦੋਸ਼ੀ ਜਿਹੜਾ ਵੀ ਕੋਈ ਹੋਵੇ ਉਸ ਨੂੰ ਸਖਤ ਸਜ਼ਾ ਮਿਲੇ, ਉਹ ਮਿਲਣੀ ਚਾਹੀਦੀ ਹੈ। ਰਹਿ ਜਾਂਦੀ ਹੈ ਗੱਲ ਫਾਈਲ ਗੁੰਮ ਹੋਣ ਦੀ, ਇਹਦੇ ਪਿੱਛੇ ਇੱਕ ਰਾਜ ਆ, ਉਹ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਮੈਂ ਸੁਣਾ ਦੇਣਾ। ਜਿਹੜੀਆਂ ਫਾਈਲਾਂ ਗੁੰਮ ਹੋਈਆਂ, ਕਿਉਂਕਿ ਜਿਹੜੀ ਪਹਿਲੇ 130 ਬੰਦਿਆਂ ਦੀ ਲਿਸਟ ਸੀਗੀ ਇਨਕੁਆਰੀ ਦੇ ਵਿੱਚ, ਜਿਹੜੀ ਇਨਕੁਆਰੀ ਪੁਲਿਸ ਨੇ ਕੀਤੀ, ਜਿਹੜੀ ਸਿੱਟ ਬਣੀ ਉਹਨੇ ਕੀਤੀ, ਜਿਹੜੀ ਇਨਕੁਆਰੀ ਫਿਰ ਉਹਦੇ ਬਾਅਦ ਸੀਬੀਆਈ ਨੇ ਕੀਤੀ, ਜਿਹੜੇ 130 ਬੰਦੇ ਸੀਗੇ ਉਹਦੇ ਚ 13 ਬੰਦੇ ਉਹ ਸੀ ਜਿਹੜੇ ਆਰਐਸਐਸ ਬੀਜੇਪੀ ਨਾਲ ਸੰਬੰਧਿਤ ਸੀ। ਔਰ ਉਹਦੇ ਵਾਸਤੇ ਜੇ ਤੁਸੀਂ ਅਡਵਾਨੀ ਸਾਹਿਬ ਦੀ ਇੱਕ ਕਿਤਾਬ ਦਾ ਮੈਂ ਰੈਫਰੈਂਸ ਦਵਾਂ ਤੇ ਉਹਨੂੰ ਅਗਰ ਤੁਸੀਂ ਪੜੋ, ਉਹਦੇ ਵਿੱਚ ਇੱਕ ਗੱਲ ਕਲੀਅਰ ਹੁੰਦੀ। ਉਹ ਜਿਹੜੇ ਬੰਦੇ ਕੌਣ ਹੈ? ਉਹਦੇ ਵਿੱਚ ਬੀਜੇਪੀ ਦੇ 2 ਵਰਕਰ, ਜਿਹੜੇ ਬੀਜੇਪੀ ਦੇ 2 ਲੀਡਰ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਆ, ਉਹਨਾਂ ਦਾ ਉਹਦੇ ਵਿੱਚ ਜ਼ਿਕਰ ਹੈ। ਮੈਂ ਤੁਹਾਨੂੰ ਸਾਫ਼ ਗੱਲ ਕਹਿਣਾ ਚਾਹੁੰਦਾ, ਇਹ ਫਾਈਲ ਗੁੰਮ ਇਸ ਲਈ ਨਹੀਂ ਹੋਈ ਕਿ ਕੋਈ ਉਹਦੇ ਵਿੱਚ ਕੋਈ ਹੋਰ ਕੋਈ ਚੀਜ਼ ਹੈ। ਫਾਈਲ ਗੁੰਮ ਇਸ ਲਈ ਹੋਈ ਹੈ ਕਿ ਇਹ ਫਾਈਲਾਂ ਜਿੱਥੋਂ ਤੱਕ ਰੋਲਾ ਹੈ, ਮੈਂ ਕਹਿੰਦਾ ਕਿ ਟਾਈਟਲ ਕਸੂਰਵਾਰ ਹੈ, ਉਹਨੂੰ ਫਾਂਸੀ ਹੋਣੀ ਚਾਹੀਦੀ। ਮੈਂ ਕਹਿੰਦਾ ਇਹ ਗੱਲ ਵਾਸਤੇ, ਮੈਂ ਕਹਿੰਦਾ ਕਿ ਜਿਹੜਾ ਵੀ ਕੋਈ ਦੋਸ਼ੀ ਹੈ ਉਹਨੂੰ, ਲੇਕਿਨ ਇਹਦੇ ਵਾਸਤੇ ਪਖੰਡ ਕਰਨਾ, ਇਹਦੇ ਵਾਸਤੇ ਸਿਆਸਤ ਕਰਨੀ, ਔਰ ਇਹ ਗਲਤ ਕੰਮ ਆ। ਉਹਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਜੇ ਕਸੂਰਵਾਰ ਦੀ ਗੱਲ ਨਾ ਕਰੋ, ਕਸੂਰਵਾਰ ਹੈ ਔਰ ਤੁਸੀਂ 30 ਸਾਲ ਦੇਸ਼ ਤੇ ਉਸ ਤੋਂ ਬਾਅਦ ਰਾਜ ਕਰਿਆ, ਤੁਸੀਂ ਹਲੇ ਤੱਕ ਉਹਨੂੰ ਫਾਂਸੀ ਦਵਾਈ ਕਿਉਂ ਨਹੀਂ? ਬਈ ਤੁਸੀਂ ਉੱਥੇ ਦਿੱਲੀ 'ਚ ਸਰਕਾਰ ਚਲਾ ਰਹੇ ਹੋ, ਤੁਸੀਂ ਕਿਹਾ ਜੀ ਅਸੀਂ ਸਿੱਟ ਬਣਾਤੀ ਇਨਕੁਆਰੀ ਕਰਕੇ ਤੇ ਕਰੋ ਦੋਸ਼ੀ ਡਿਕਲੇਅਰ। ਤੁਸੀਂ ਕਿਉਂ ਨਹੀਂ ਦੋਸ਼ੀ ਡਿਕਲੇਅਰ ਕੀਤਾ ਉਹਨੂੰ? ਜਿਹੜਾ ਤੁਹਾਡੇ ਉੱਪਰ ਇਲਜ਼ਾਮ ਆ ਰਿਹਾ, ਅਸੀਂ ਸਾਰੇ ਤੁਹਾਡੇ ਤੇ ਕੀ ਇਲਜ਼ਾਮ ਲਗਾ ਰਹੇ ਹਾਂ? ਬਈ ਤੁਸੀਂ ਸਿੱਟ ਬਣਾਈ ਅੱਜ ਤੋਂ 1.5 ਸਾਲ ਪਹਿਲੇ, ਤੁਸੀਂ ਇਹ ਕਿਹਾ ਬਈ ਅਸੀਂ ਇਹ ਸਿੱਟ ਬਣਾਤੀ ਹੈ, ਅਸੀਂ ਉਹਨਾਂ ਨੂੰ ਸਜ਼ਾ ਦਿਵਾਵਾਂਗੇ, ਤੇ ਤੁਸੀਂ ਹੁਣ ਕਹਿਤਾ ਸਾਡੀਆਂ ਫਾਈਲਾਂ ਗੁੰਮ ਹੋ ਗਈਆਂ। ਲੇਕਿਨ ਜੇ ਤੁਹਾਡੀਆਂ ਫਾਈਲਾਂ ਗੁੰਮ ਹੋ ਗਈਆਂ, ਮੈਂ ਕਹਿੰਦਾ ਕਿ ਜੇਕਰ ਸੱਚਮੁੱਚ ਤੁਸੀਂ ਇਸ ਗੱਲ ਤੇ ਸਟੈਂਡ ਕਰਦੇ ਹੋ ਤੇ ਇੱਕ ਕੰਮ ਕਰ ਲਓ ਨਾ, ਤੁਸੀਂ ਇੱਕ ਕੰਮ ਕਰੋ ਕਿ ਤੁਸੀਂ ਉਹਦੀ ਜਿਹੜੀ ਇਨਕੁਆਰੀ ਆ ਉਹ ਕਰਾਓ, ਇਨਕੁਆਰੀ ਕਰਾ ਕੇ ਡਿਕਲੇਅਰ ਕਰੋ ਉਹਨੂੰ ਦੋਸ਼ੀ, ਔਰ ਉਹਨੂੰ ਕਹੋ ਕਿ ਇਹਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ। ਅਸੀਂ ਖੜੇ ਹੋ ਕੇ ਕਹਾਂਗੇ, ਅਸੀਂ ਖੜੇ ਹੋ ਕੇ ਕਹਾਂਗੇ। ਗੀਗਾ ਜੀ, ਇੱਕ ਜਿਹੜਾ ਸਵਾਲ ਇੱਥੇ ਵੀ ਉੱਠਿਆ ਵਾਰ-ਵਾਰ, ਸੀਬੀਆਈ ਦੇ ਉੱਪਰ ਸਵਾਲ ਉੱਠਦਾ ਹੈ। ਅੱਜ ਵੀ ਜਿਹੜਾ ਹੈ, ਜਦੋਂ ਤਰੀਕ ਪਈ, ਅੱਜ ਵੀ ਅਗਲੀ ਤਰੀਕ ਪੈ ਗਈ, 2 ਮਹੀਨੇ ਦਾ ਵਕਤ ਸੀਬੀਆਈ ਨੇ ਹੋਰ ਮੰਗ ਲਿਆ। ਤੇ ਅੱਜ ਫੂਲਕਾ ਜੀ ਨੇ ਵੀ ਸਵਾਲ ਖੜਾ ਕੀਤਾ ਕਿ ਸੀਬੀਆਈ ਢਿੱਲੀ ਹੈ, ਕੰਮ ਨਹੀਂ ਕਰ ਰਹੀ। ਡੀਐਸਜੀਐਮਸੀ ਪ੍ਰਧਾਨ ਨੇ ਵੀ ਕਿਹਾ ਕਿ ਸੀਬੀਆਈ ਢਿੱਲੀ ਹੈ, ਕੰਮ ਨਹੀਂ ਕਰ ਰਹੀ। ਪਹਿਲਾਂ ਸਰ ਇਹ ਇਲਜ਼ਾਮ ਲਾਇਆ ਜਾਂਦਾ ਸੀ ਕਿ ਜਿਹੜੀ ਯੂਪੀਏ ਦੀ ਸਰਕਾਰ ਹੈ ਉਹ ਦਬਾਅ ਪਾ ਰਹੀ ਹੈ ਸੀਬੀਆਈ ਦੇ ਉੱਪਰ, ਇਸ ਕਰਕੇ ਸੀਬੀਆਈ ਕੰਮ ਨਹੀਂ ਕਰ ਰਹੀ। ਤੇ ਹੁਣ ਤਾਂ ਤੁਹਾਡੀ ਸਰਕਾਰ ਹੈ, ਫਿਰ ਵੀ ਇਹ ਗੱਲ ਹੁੰਦੀ ਹੈ ਕਿ ਸੀਬੀਆਈ ਕੰਮ ਨਹੀਂ ਕਰ ਰਹੀ, ਤਾਂ ਫਿਰ ਦੋਸ਼ੀ ਕੌਣ ਹੈ? ਗੀਗਾ ਜੀ, ਦੋਸ਼ੀ ਤਾਂ ਉਹ ਜਿਨ੍ਹਾਂ ਨੇ 30 ਸਾਲ ਦੇਸ਼ ਤੇ 84 2010 ਤੱਕ 7 ਤੱਕ ਇਹਨਾਂ ਦੀ ਸਰਕਾਰ ਰਹੀ ਹੈ। ਇਹਨਾਂ ਨੇ ਹਜੇ ਤੱਕ ਵੀ ਬੇਰਕਾ ਜੀ ਕਹੀ ਜਾ ਰਹੇ ਵੀ ਜੇ ਟਾਈਟਲਰ ਕਸੂਰਵਾਰ ਹੈ, ਜੇ ਟਾਈਟਲਰ ਕਸੂਰਵਾਰ ਹੈ।
ਹੁਣ ਤੱਕ ਤਾਂ ਸਾਰੀ ਦੁਨੀਆ ਕਹਿ ਰਹੀ ਹੈ ਵੀ ਟਾਈਟਲਰ ਮੇਨ ਜਿਹੜਾ ਬੰਦਾ 84 ਦੇ ਦੰਗਿਆਂ ਦਾ ਸੀ ਉਹ ਮੇਨ ਟਾਈਟਲਰ ਸੀਗਾ, ਤੇ ਹੁਣ ਤੱਕ ਉਹਨੂੰ ਸਜ਼ਾ ਨਹੀਂ, ਇਹ ਕਹਿੰਦੇ ਫਾਂਸੀ ਹੋਣੀ ਚਾਹੀਦੀ ਹੈ। ਫਾਂਸੀ ਤਾਂ ਇੱਕ ਪਾਸੇ ਰਹੀ, ਉਹਨੂੰ ਤਾਂ ਹਲੇ ਇਹ ਕਸੂਰਵਾਰ ਹੀ ਨਹੀਂ ਮੰਨ ਰਹੇ। ਪਹਿਲੀ ਗੱਲ ਤੇ ਹੁਣ ਤੁਸੀਂ ਲੱਗੇ ਕਹਿਣ ਵੀ ਇੱਕ ਸਾਲ ਹੋ ਗਿਆ। ਮੇਰੀ ਗੱਲ ਇੱਕ ਮੇਰੀ ਗੱਲ ਸੁਣ ਲਓ। ਪਹਿਲੀ ਗੱਲ ਤੇ ਇਹ ਹੈਗੀ ਆ ਕਿ ਜੇਕਰ ਤੁਸੀਂ ਸੱਚਮੁੱਚ ਸੀਰੀਅਸ ਹੋ ਤੇ ਮੈਂ ਤੁਹਾਨੂੰ ਇਹ ਗੱਲ ਪੁੱਛਾਂ, ਜਿਹੜੀ ਹੁਣੇ ਗੱਲ ਆਮ ਆਦਮੀ ਪਾਰਟੀ ਦਾ ਇੱਕ ਸਵਾਲ ਸੀਗਾ ਕਿ 2014 ਦੇ ਅੰਦਰ ਤੁਹਾਡੀ ਸਰਕਾਰ ਹੈ ਔਰ ਸੀਬੀਆਈ ਤੁਹਾਡੇ ਅੰਡਰ ਹੈ, ਸੀਬੀਆਈ ਨੇ ਹੁਣ ਕਲੀਨ ਚਿੱਟ ਦਿੱਤੀ ਹੈ, ਇਹਦੇ ਪਿੱਛੇ ਕਿਹਦੀ ਸਾਜ਼ਿਸ਼ ਹੈ? ਔਰ ਜੇ ਮੈਂ ਤੁਹਾਨੂੰ ਇੱਕ ਗੱਲ ਕਹਾਂ, ਜਿਹੜੀ ਇਹਦੀ ਫਾਈਲ ਜੇ ਓਪਨ ਕਰੋ, ਜੇ ਸੱਚਮੁੱਚ ਇਹਦੀ ਚੀਜ਼ ਨੂੰ ਓਪਨ ਕਰੋਗੇ, ਉਹਦੇ ਵਾਸਤੇ ਮੈਂ ਤੁਹਾਨੂੰ ਕਹਿ ਰਿਹਾ 113 ਲੋਕਾਂ ਦੀ ਜਿਹੜੀ ਲਿਸਟ ਆ ਉਹਨੂੰ ਡਿਕਲੇਅਰ ਕਰਾਓ। ਉਹਦੇ ਵਿੱਚ ਮੈਨੂੰ ਦੱਸੋ ਨਿਸ਼ਾਨਦੇਹੀ ਕਰਕੇ ਉਹਦੇ ਵਿੱਚ ਘੱਟੋ ਘੱਟ 30 ਤੋਂ ਜ਼ਿਆਦਾ ਬੀਜੇਪੀ ਦੇ ਵਰਕਰ ਆ, ਬੀਜੇਪੀ ਦੇ ਲੀਡਰ ਆ ਜਿਹੜੇ ਦੋਸ਼ੀ ਆ ਨਾਲ। ਤੇ ਤੁਸੀਂ ਇਹ ਗੱਲ ਕਹਿਣਾ, ਮੈਂ ਕਹਿੰਦਾ ਇੱਕ ਦੋਸ਼ੀ ਨਹੀਂ ਆ, ਮੈਂ ਕਹਿੰਦਾ ਇੱਕ ਦੋਸ਼ੀ ਨਹੀਂ ਆ, ਇਹਦੇ ਵਿੱਚ ਕਾਂਗਰਸ ਦੇ ਵੀ ਹੋ ਸਕਦਾ ਹੋਰ ਦੋਸ਼ੀ ਹੋਣ, ਹੋ ਸਕਦਾ ਬੀਜੇਪੀ ਦੇ ਵੀ ਹੋਰ ਬੜੇ ਦੋਸ਼ੀ ਹੋਣ, ਹੋ ਸਕਦਾ ਦੂਸਰੇ ਵੀ ਬੜੇ ਦੋਸ਼ੀ ਹੋਣ। ਮੈਂ ਤੇ ਇਹ ਗੱਲ ਕਹਿ ਰਿਹਾ ਜਿਹੜੇ ਵੀ ਕੋਈ ਦੋਸ਼ੀ ਹੈ, ਮੈਂ ਤੇ ਇਹ ਸ਼ਬਦ ਬੋਲਿਆ ਕਿ ਜਿਹੜੇ ਵੀ ਕੋਈ ਦੋਸ਼ੀ ਹੈ ਉਹਨੂੰ ਫਾਂਸੀ ਹੋਣੀ ਚਾਹੀਦੀ। ਮੈਂ ਕਹਿਣਾ ਪਿਆ ਇਹ ਗੱਲ। ਇੱਕ ਵਲਟੋਆ ਜੀ, ਜਿਹੜੀ ਇਸ ਦੇ ਵਿੱਚ ਗੱਲ ਆਉਂਦੀ ਹੈ, ਜਦੋਂ ਵੀ ਇਨਸਾਫ ਦੀ ਗੱਲ ਹੁੰਦੀ ਹੈ, 3 ਦਹਾਕੇ ਦਾ ਲੰਘ ਚੁੱਕਿਆ, ਸਿਆਸਤ ਲਗਾਤਾਰ ਹੋ ਰਹੀ ਹੈ, ਹਰ ਪਾਰਟੀ ਦੂਜੀ ਦੇ ਉੱਪਰ ਇਲਜ਼ਾਮ ਲਗਾਉਂਦੀ ਹੈ। ਕਿਉਂ ਨਹੀਂ ਐਦਾਂ ਨਹੀਂ ਹੋਣਾ ਚਾਹੀਦਾ ਕਿ ਸਿੱਖ ਸਾਰੇ ਇਕੱਠੇ ਹੋਣ ਤੇ ਉਹ ਇਸ ਇਨਸਾਫ ਦੀ ਗੱਲ ਕਰਨ? ਪਾਰਟੀ ਤੋਂ ਉੱਪਰ ਉੱਠ ਕੇ ਗੱਲ ਕਦੇ ਨਹੀਂ ਹੁੰਦੀ ਹੈ ਇਸ ਮਸਲੇ ਤੇ। ਗੌਰਵ ਜੀ, ਇਹ ਸਿੱਖਾਂ ਦੀ ਵੀ ਗੱਲ ਨਹੀਂ ਹੈ, ਇਹ ਪੰਜਾਬ ਦੇ ਲੋਕਾਂ ਦੀ ਗੱਲ ਹੈ। ਇੱਥੇ ਸਿੱਖਾਂ ਦੀ ਗੱਲ ਨਹੀਂ, ਇਹ ਪੰਜਾਬ ਦੇ ਲੋਕਾਂ ਦੀ ਗੱਲ ਹੈ। ਮੈਂ ਵਲਟੋਆ ਜੀ ਤੋਂ ਜਵਾਬ ਚਾਹੁੰਦਾ ਜੀ। ਵਲਟੋਆ ਜੀ, ਅਰੇ 2004 ਚ ਬੀਜੇਪੀ ਦੀ ਸਰਕਾਰ ਸੀ ਨਾ, ਵਾਜਪਾਈ ਨੇ 5 ਸਾਲ ਕੱਢੇ ਕਿ ਨਹੀਂ? ਉਦੋਂ ਕਿਉਂ ਨਹੀਂ ਤੁਸੀਂ ਕਰ ਲਈ? ਹੁਣ ਕਰ ਲਓ ਨਾ, ਹੁਣ ਕਿਉਂ ਨਹੀਂ ਕਰਦੇ ਪਏ? ਕਿਹਨੇ ਰੋਕਿਆ ਤੁਹਾਨੂੰ ਇਹ ਕੰਮ ਕਰਨ ਲੱਗੇ? ਹੁਣ ਕਰੋ। ਮੈਂ ਕਿਹਾ ਹੁਣ ਕਰੋ, ਹੁਣ ਕਰੋ। ਮੈਂ ਤੁਹਾਨੂੰ ਗੱਲ ਕਰ ਰਿਹਾ, ਕਰੋ। ਔਰ ਸਾਰਾ ਪੰਜਾਬ ਖੜਾ ਹੋ ਕੇ ਤੁਹਾਡਾ ਧੰਨਵਾਦ ਕਰੇਗਾ। ਮੈਂ ਗੱਲ ਕਹਿ ਰਿਹਾ, ਕਰੋ, ਹਿੰਮਤ ਕਰੋ। ਆਪਦਾ ਚਲਾਓ, ਡਿਬੇਟ ਚਲਾਓ ਆਪਦੀ। ਜੀ ਵਲਟੋਆ ਜੀ, ਤੁਹਾਡਾ ਜਵਾਬ ਚਾਹੁੰਦਾ ਇਸ ਤੇ। ਜੇ ਤੁਸੀਂ ਖੜੇ ਹੋ ਕੇ ਐਡੀ ਗੱਲ ਕਰਨ ਜੋਗੇ ਹੁੰਦੇ ਜੋ ਗੀਗਾ ਜੀ, ਵਲਟੋਆ ਜੀ ਜਵਾਬ ਦੇ ਰਹੇ। ਗੀਗਾ ਜੀ ਥੋੜਾ ਜਿਹਾ ਚੁੱਪ ਕਰਕੇ। ਗੀਗਾ ਜੀ, ਮੁਗਲਾਂ ਦੇ ਜ਼ੁਲਮ ਨੂੰ ਨਹੀਂ ਅਜੇ ਤੱਕ ਭੁੱਲੇ, ਮੁਗਲਾਂ ਦੇ ਜ਼ੁਲਮ ਨੂੰ ਨਹੀਂ। ਸ਼ਾਮ ਸਵੇਰੇ ਗੁਰਦੁਆਰਿਆਂ ਦੇ ਅੰਦਰ ਅਰਦਾਸ ਕਰਦੇ ਉਹ ਗੋਦਰਾ ਕਾਂਡ ਦੀ ਨਾ ਗੱਲ ਦਿਖਾਓ ਮੇਰੇ ਨਾਲ, ਤੁਸੀਂ ਗੁਜਰਾਤ ਕਾਂਡ ਦੀ ਗੱਲ ਨਾ ਦਿਖਾਓ। ਗੁਜਰਾਤ ਕਾਂਡ ਦੇ ਅੰਦਰ ਕੀ ਹੋਇਆ ਲੋਕ ਸਾਰੇ ਜਾਣਦੇ ਆ, ਇਹ ਗੱਲਾਂ ਵਾਜਬ ਨਹੀਂ ਆ ਜਿਹੜੇ ਜਾਣਦੇ ਆ। ਜਿੰਨਾ ਇਹਨੂੰ ਖੋਲੋਗੇ ਮੈਂ ਤੁਹਾਨੂੰ ਇੱਕ ਚੀਜ਼ ਦਾ ਜਵਾਬ ਦੇ ਸਕਦਾ। ਦਿੱਲੀ ਕਾਂਡ ਆਪਾਂ ਮੁੱਦੇ ਤੇ ਰੀਲ ਜ਼ਿਆਦਾ ਵਧੀ ਰਹੇਗਾ। ਤੁਸੀਂ ਉੱਤੇ ਗੋਦਰਾ ਕਾਂਡ ਦੇਖੋ ਕੀ ਕੀਤਾ ਤੁਸੀਂ ਲੋਕਾਂ ਨੇ। ਜੀ ਵਲਟੋਆ ਜੀ, ਤੁਸੀਂ ਮੁੜ ਕੇ ਗੋਦਰਾ ਕਾਂਡ ਦੀ ਗੱਲ ਕਰਦੇ ਆ। ਤੁਹਾਨੂੰ ਦਿੱਲੀ ਕਾਂਡ ਯਾਦ ਨਹੀਂ ਆਉਂਦਾ? ਬਹੁਤ ਸੀਰੀਅਸ ਮੈਟਰ ਹੈ। ਤੁਹਾਨੂੰ ਦਿੱਲੀ ਕਾਂਡ ਨਹੀਂ ਯਾਦ ਆਉਂਦਾ? ਤੁਸੀਂ ਗੱਲ ਕਰੋਗੇ ਚੰਗੇ ਰਹੋਗੇ। ਤੁਸੀਂ ਗੱਲ ਕਿ ਸਿਰਫ ਉਸ ਇਸ਼ੂ ਦੀ ਕਰੋ। ਅਕਲੇ ਗੀਗਾ ਜੀ ਕੰਟਰੋਲ 'ਚ ਨਹੀਂ ਹੁੰਦੇ। ਤੁਹਾਡੀ ਪਾਰਟੀ ਦੇ ਨੇਤਾ ਨਹੀਂ ਸਮਝ, ਮੈਂ ਉਹਨਾਂ ਨੂੰ ਕਈ ਵਾਰ ਰਿਕੁਐਸਟ ਕਰ ਚੁੱਕਿਆ। ਆਪਾਂ ਇਸ ਇਸ਼ੂ ਨੂੰ, ਮੇਰੀ ਬੇਨਤੀ ਹੈ ਬਲਵਿੰਦਰ ਜੀ, ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਦੁਖਾਂਤ ਵਾਲਾ ਚੈਪਟਰ ਤੁਸੀਂ ਛੇੜੇ। ਇਹ ਨਾ ਤੇ ਦੰਗੇ, ਇਹ ਕਤਲੇਆਮ ਸੀ ਇੱਕ ਕੌਮ ਦਾ, ਜਿਹੜਾ ਗਿਣ ਮਿਥ ਕੇ ਕਿਸੇ ਸਰਕਾਰ ਨੇ ਕਰਵਾਇਆ ਸੀ ਔਰ ਸਰਕਾਰ ਨੇ ਉਸ ਨੂੰ ਜਸਟੀਫਾਈ ਕਰਨ ਵਾਸਤੇ ਕਹਿ ਦਿੱਤਾ ਸੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਨੇ ਕਿ ਇਹ ਜਿਹੜਾ ਕਤਲੇਆਮ ਹੋਇਆ ਹੈ ਤੇ ਜਿਸ ਤਰ੍ਹਾਂ ਕੋਈ ਵੱਡਾ ਰੁੱਖ ਡਿੱਗਦਾ ਹੈ ਤੇ ਧਰਤੀ ਹਿੱਲਦੀ ਹੈ, ਤੇ ਸ਼੍ਰੀਮਤੀ ਇੰਦਰਾ ਗਾਂਧੀ ਬਹੁਤ ਵੱਡੀ ਸ਼ਖਸੀਅਤ ਸੀ, ਉਹਨਾਂ ਦਾ ਕਤਲ ਹੋਇਆ ਸੀ। ਉਸ ਤੋਂ ਬਾਅਦ ਜੇ ਹੋ ਗਿਆ ਤਾਂ ਕੋਈ ਏਡੀ ਵੱਡੀ ਗੱਲ ਨਹੀਂ। ਇਸ ਗੱਲ ਨਾਲ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਦੋਂ ਸਿੱਖ ਦਾ ਬੱਚਾ ਇਹ ਗੱਲ ਸੁਣਦਾ ਨਾ, ਜਾਂ ਕੋਈ ਧਰਮੀ ਬੰਦਾ ਜਾਂ ਕੋਈ ਇਨਸਾਨ ਜਿਹਦੇ ਵਿੱਚ ਇਨਸਾਨੀਅਤ ਹੈ, ਤੇ ਫਿਰ ਉਹਦੀ ਰੂਹ ਤਾਂ ਕੰਬ ਜਾਂਦੀ। ਕੋਈ ਇਹੋ ਜਿਹੀਆਂ ਸਰਕਾਰਾਂ ਵੀ ਇਸ ਦੇਸ਼ 'ਚ ਰਾਜ ਭਾਗ ਕਰਦੇ ਰਹੇ ਨੇ, ਇਹੋ ਜਿਹੇ ਨੇਤਾ ਵੀ, ਔਰ ਇਹ ਲੋਕ ਸਿੱਖਾਂ ਦੀ ਕਚਹਿਰੀ 'ਚ ਬਰੀ ਨਹੀਂ ਹੋ ਸਕਦੇ। ਵੱਖਰੀ ਗੱਲ ਹੈ ਕਿ 84 'ਚ ਕਤਲੇਆਮ ਹੋਇਆ, ਜਿਸ ਤਰ੍ਹਾਂ ਦੀ FIR ਉੱਥੇ ਬਣਾਈਆਂ ਗਈਆਂ, ਨਾਲ ਐਵੀਡੈਂਸ ਕਿਸ ਤਰ੍ਹਾਂ ਖਤਮ ਕੀਤੀ ਗਈ, ਉੱਥੇ ਵਿਟਨੈਸ ਕਿਸ ਤਰ੍ਹਾਂ ਦੇ ਸਾਰੇ ਬਣਾਏ ਗਏ। ਇਸ ਕਰਕੇ ਜਿਹੜਾ ਅਦਾਲਤਾਂ 'ਚ ਸਾਡੇ 100 ਯਤਨ ਕਰਨ ਦੇ ਬਾਵਜੂਦ ਵੀ ਸਾਨੂੰ ਕਾਮਯਾਬੀ ਨਹੀਂ ਮਿਲੀ। ਪਰ ਉਹਦੇ ਨਾਲ ਜਿਹੜੀ ਬਦਨੀਤੀ ਹੈ, ਚਾਹੇ ਉਹ UPA ਸਰਕਾਰ ਸੀ ਉਸ ਸਮੇਂ, CBI ਦਾ ਜੋ ਰੋਲ ਸੀ, ਜਾਂ ਹੁਣ ਜਿਹੜਾ CBI ਨੇ ਰੋਲ ਅਦਾ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਜੇ ਅਪੋਜ਼ ਕੀਤਾ ਹੈ ਤੇ DSGMC ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਟ ਕੇ ਕੀਤਾ, ਔਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਓਪਨਲੀ ਹਿੰਦੁਸਤਾਨ ਦੀ ਸਰਕਾਰ ਨੂੰ, NDA ਸਰਕਾਰ ਨੂੰ, ਮੋਦੀ ਸਾਹਿਬ ਨੂੰ, ਗ੍ਰਹਿ ਮੰਤਰੀ ਰਾਜਨਾਥ ਸਿੰਘ ਜੀ ਨੂੰ ਕਿਹਾ ਕਿ ਜਿਸ ਤਰੀਕੇ ਨਾਲ CBI ਚੱਲ ਰਹੀ ਹੈ ਇਹ ਸਿੱਖਾਂ ਨੂੰ ਕਦਾਚਿਤ ਪ੍ਰਵਾਨੀ। ਵਿਰਕਾ ਜੀ ਇਸ ਤੇ ਰਿਐਕਸ਼ਨ ਦੇਣਾ ਚਾਹੁੰਦੇ?
ਮੇਰਾ ਸਵਾਲ ਸੀ ਆਮ ਆਦਮੀ ਪਾਰਟੀ ਅੱਜ ਸਿੱਖਾਂ ਦੇ ਨਿਸ਼ਾਨੇ ਤੇ ਕਿਉਂ ਹੈ, ਸਿੱਖਾਂ ਦੇ ਨਿਸ਼ਾਨੇ ਤੇ ਕਿਉਂ ਹੈ? ਉਹਦਾ ਜਵਾਬ ਭਾਰਦਵਾਜ ਸਾਹਿਬ ਤੋਂ ਮਿਲਣ ਦੀ ਬਜਾਏ ਜਾਂ ਉਹਨਾਂ ਵੱਲੋਂ ਦੇਣ ਦੀ ਬਜਾਏ ਕਿ ਇਹਨਾਂ ਨੇ ਐਸਆਈਟੀ ਬਣਾਈ, ਉਹਦੇ ਤੇ ਡਰਾਮਾ ਕੀਤਾ। ਮੈਂ ਜਵਾਬ ਐਸਆਈਟੀ ਦਾ ਕੇਂਦਰ ਵੱਲੋਂ ਬਣੀ ਹੋਈ ਹੈ ਬਲਟੋਆ ਜੀ, ਐਸਆਈਟੀ ਦਾ ਕੇਂਦਰ ਨੇ ਬਣਾਈ ਹੈ ਬਾਅਦ ਵਿੱਚ। जवाब देने को तैयार है, ये बिल्कुल गलत देखो 8 कमीशन बैठे हैं, इसके बाद नानावती कमीशन बैठा है, उसके बाद 6 कमीशन बैठे हैं जिन्हें मटीरियल दिल्ली सरकार दे कोल है, उस तो वध मटीरियल इन्हां कमीशनां दी रिपोर्ट जिहड़ी है वो सेंटर दे कोल है। एनडीए दी सरकार रही है, यूपीए दी सरकार रही है, इन्होंने ਮੈਨੂੰ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਮਸਲਾ ਅਦਾਲਤਾਂ ਦੇ ਵਿੱਚ ਵੀ ਲਟਕਿਆ ਹੋਇਆ ਹੈ 3 ਦਹਾਕਿਆਂ ਤੋਂ, ਇੱਥੇ ਵੀ ਜਿਹੜਾ ਹੈ ਅਸੀਂ ਇਸ ਨੂੰ ਨਿਚੋੜ ਨਹੀਂ ਸਕਦੇ ਕਿਸੇ ਵੀ ਤਰ੍ਹਾਂ ਦੇ ਨਾਲ। ਤਾਂ ਸਿਆਸਤ ਇੱਥੇ ਵੀ ਲਗਾਤਾਰ ਹੋ ਰਹੀ ਹੈ, ਇੱਕ ਦੂਜੇ ਦੇ ਉੱਪਰ ਇਲਜ਼ਾਮਬਾਜ਼ੀਆਂ ਲਗਾਤਾਰ ਹੋ ਰਹੀਆਂ ਨੇ, ਅੱਜ ਦੀਆਂ ਹੋ ਰਹੀਆਂ ਪਹਿਲਾਂ ਦੀਆਂ ਹੋ ਰਹੀਆਂ ਨੇ ਤੇ ਅੱਜ ਵੀ ਜਾਰੀ ਨੇ। ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਗੀਗਾ ਜੀ, ਭਾਰਦਵਾਜ ਜੀ, ਵੇਰਕਾ ਜੀ ਤੇ ਵਲਟੋਆ ਜੀ, ਬਹੁਤ ਬਹੁਤ ਧੰਨਵਾਦ। ਆਪੋ ਆਪਣੇ ਵਿਚਾਰ, ਆਪੋ ਆਪਣਾ ਪੱਖ ਇਸ ਦੇ ਵਿੱਚ ਰੱਖਣ ਦੇ ਲਈ। ਸਿਆਸਤ ਲਗਾਤਾਰ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਲੋੜ ਇਸ ਤਰ੍ਹਾਂ ਦੀ ਇਕਜੁੱਟ ਹੋਣ ਦੀ ਹੈ, ਸਿਰਫ ਸਿੱਖਾਂ ਨੂੰ ਨਹੀਂ, ਪੰਜਾਬ ਦੇ ਲੋਕਾਂ ਨੂੰ ਤੇ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਇਨਸਾਫ ਪਸੰਦ ਨੇ, ਤੇ ਇਸ ਦੇ ਵਿੱਚ ਇਨਸਾਫ ਕਿਸ ਤਰ੍ਹਾਂ ਨਾਲ ਮਿਲੇ ਇਸ ਦੇ ਬਾਰੇ ਚਾਰਾਜੋਈ ਕੀਤੀ ਜਾਏ, ਨਾ ਕਿ ਸਿਰਫ ਇੱਕ ਦੂਜੇ ਦੇ ਉੱਪਰ ਇਲਜ਼ਾਮ ਮੜੇ ਜਾਣ। ਉਹ ਲਗਾਤਾਰ ਹੋ ਰਿਹਾ ਤੇ ਉਸ ਦੇ ਉੱਪਰ ਜਿਹੜਾ ਹੈ ਲਗਾਮ ਲੱਗ ਨਹੀਂ ਪਾ ਰਿਹਾ। ਬਹੁਤ ਬਹੁਤ ਧੰਨਵਾਦ।